ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਲੋਕਰਾਣ ਚੈਨਲ ਪੰਜਾਬੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਡਾਕਟਰ ਸਾਹਿਬ। ਸ਼ੁਰੂਆਤ ਜਿਹੜੀ ਆਪਾਂ ਇੱਥੋਂ ਕਰਦੇ ਹਾਂ ਕਿ ਬੀਜੇਪੀ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜੀ ਚਰਚਾ ਪੰਜਾਬ ਦੇ ਵਿੱਚ ਲੀਡਰਾਂ ਦੇ ਵਿੱਚ ਹੋ ਰਹੀ ਸੀ, ਅਨਿਲ ਜੋਸ਼ੀ ਉਹਨਾਂ ਨੇ ਅੱਗੇ ਲੱਗ ਕੇ ਇਹਨੂੰ 2 ਕਦਮ ਹੋਰ ਅੱਗੇ ਕਹਿ ਲਓ ਕਿ ਵਧਾ ਦਿੱਤਾ ਹੈ। ਉਹ ਪੰਜਾਬ ਦੇ ਵਿੱਚ ਉਹਨਾਂ ਹਮਖਿਆਲੀਆਂ ਨੂੰ ਮਿਲ ਰਹੇ ਨੇ ਜਿਹੜੇ ਚਾਹੁੰਦੇ ਨੇ ਕਿ ਬੀਜੇਪੀ ਦੇ ਵਿੱਚ ਰਹਿੰਦੇ ਆ ਆਪਣੀ ਆਵਾਜ਼ ਚੁੱਕਣਾ ਚਾਹੁੰਦੇ ਨੇ ਕਿ ਕਿਸਾਨੀ ਬਿੱਲਾਂ ਨੂੰ ਜਾਂ ਕਿਸਾਨੀ ਮਸਲੇ ਨੂੰ ਹੱਲ ਕੀਤਾ ਜਾਵੇ। ਇਹਨੂੰ ਕਿੱਦਾਂ ਦੇਖਦੇ ਹੋ? ਅੱਜ ਕੱਲ ਚੋਣਾਂ ਦਾ ਵੀ ਮਾਹੌਲ ਹੈ ਉਸ ਨੂੰ ਲੈ ਕੇ, ਤੇ ਦੂਜੇ ਪਾਸੇ ਬੀਜੇਪੀ ਦੀ ਰਣਨੀਤੀ ਕਿ ਇੱਕ ਹਿੰਦੂ ਚਿਹਰੇ ਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਰਿਪਰੈਜ਼ੈਂਟ ਕਰਨ ਦੇ ਲਈ ਅੱਗੇ ਕੀਤਾ ਜਾ ਰਿਹਾ, ਇਹ ਕੋਈ ਬੀਜੇਪੀ ਦੇ ਤਹਿਤ ਹੋ ਰਿਹਾ ਜਾਂ ਫਿਰ ਅਨਿਲ ਜੋਸ਼ੀ ਆਪਣੇ ਤੌਰ ਦੇ ਉੱਤੇ ਵਿਚਰ ਰਹੇ? ਸੁਖਵਿੰਦਰ ਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ 2022 ਦੇ ਵਿੱਚ 5 ਸਟੇਟਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਜਿਹਦੇ ਵਿੱਚ ਪੰਜਾਬ ਹੈ, ਜਿਹਦੇ ਵਿੱਚ ਯੂਪੀ ਆ, ਜਿਹਦੇ ਵਿੱਚ ਉੱਤਰਾਖੰਡ ਹੈ, ਜਿਹਦੇ ਵਿੱਚ ਗੋਆ ਹੈ, ਜਿਹਦੇ ਵਿੱਚ ਮਨੀਪੁਰ ਵੀ ਸ਼ਾਮਲ ਹੈ। ਔਰ ਇਹਨਾਂ ਵੱਖ-ਵੱਖ ਸਟੇਟਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬੀਜੇਪੀ ਦੀ ਜਿਹੜੀ ਸਥਿਤੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਡਾਊਨ ਜਾ ਰਹੀ ਹੈ। ਚਾਹੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤਾਂ ਲਗਭਗ ਸਫਾਇਆ ਹੋ ਚੁੱਕਿਆ ਬੀਜੇਪੀ ਦਾ। ਆਪਾਂ ਸਾਰੇ ਜਾਣਦੇ ਹਾਂ ਕਿ ਕਿਵੇਂ ਵਿਰੋਧ ਹੁੰਦਾ ਹੈ ਵੱਖ-ਵੱਖ ਨੇਤਾਵਾਂ ਦਾ। ਸੋ ਦੂਸਰੇ ਪਾਸੇ ਜਦੋਂ ਅਸੀਂ ਯੂਪੀ ਨੂੰ ਦੇਖਦੇ ਹਾਂ, ਕਿਉਂਕਿ ਯੂਪੀ ਮੇਨ ਗੜ੍ਹ ਹੈ ਬੀਜੇਪੀ ਦਾ, ਔਰ ਜਿੱਥੋਂ ਇਹ ਕਿਹਾ ਜਾਂਦਾ ਹੈ ਕਿ ਸੈਂਟਰ ਦੇ ਵਿੱਚ ਜਿਹਦੀ ਵੀ ਸੱਤਾ ਆਉਂਦੀ ਹੈ ਉਹ ਯੂਪੀ ਦੇ ਰਾਹੀਂ ਲੰਘ ਕੇ ਆਉਂਦੀ ਹੈ। ਸੋ ਇਸ ਕਰਕੇ ਯੂਪੀ ਦੇ ਵਿੱਚ ਵੀ ਪਿਛਲੇ ਕੁਝ ਸਮੇਂ ਤੋਂ ਖਿਲਾਰਾ ਪਿਆ ਹੋਇਆ, ਖਾਸ ਤੌਰ ਤੇ ਯੋਗੀ ਜੀ ਨੂੰ ਲੈ ਕੇ। ਔਰ ਕਰੋਨਾ ਦੇ ਵੇਲੇ ਤੋਂ ਲਗਾਤਾਰ ਜੋ ਲਾਸ਼ਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਾਂ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਦੋਸ਼ ਯੋਗੀ ਜੀ ਤੇ ਲੱਗੇ, ਔਰ ਉਹਨਾਂ ਨੂੰ ਬਦਲਣ ਦੀ ਵੀ ਕਈ ਵਾਰੀ ਕਾਰਵਾਈ ਜਿਹੜੀ ਹੈਗੀ ਹੈ ਹੁੰਦੀ ਬਚੀ, ਔਰ ਮੋਦੀ ਸਾਹਿਬ ਤੇ ਯੋਗੀ ਜੀ ਦਾ ਕਈ ਵਾਰੀ ਪੇਚਾ ਪੈਂਦਾ ਬਚਿਆ। ਸੋ ਇਸ ਤੋਂ ਇਲਾਵਾ ਜਦੋਂ ਅਸੀਂ ਉੱਤਰਾਖੰਡ ਦੇ ਵਿੱਚ ਆਉਂਦੇ ਹਾਂ ਤਾਂ ਉੱਤਰਾਖੰਡ ਦੇ ਵਿੱਚ ਕੱਲ ਹੀ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਬੀਜੇਪੀ ਦੇ, ਉਹਨਾਂ ਨੇ ਰਿਜ਼ਾਈਨ ਕੀਤਾ। ਔਰ ਉੱਥੇ ਵੀ ਤੁਸੀਂ ਦੇਖੋਗੇ ਕਿ ਲਗਾਤਾਰ, ਕਿਉਂਕਿ ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਚਾਹੇ ਉੱਤਰਾਖੰਡ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਪੰਜਾਬ ਹੋਵੇ, ਤੁਸੀਂ ਇਹਨਾਂ ਜਿਹੜੀਆਂ ਨਾਰਥਰਨ ਸਟੇਟਾਂ ਨੇ ਇੰਡੀਆ ਦੀਆਂ, ਉਹਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਭਖ ਰਿਹਾ ਕਿਸਾਨ ਅੰਦੋਲਨ। ਔਰ ਉਸ ਕਿਸਾਨ ਅੰਦੋਲਨ ਨੂੰ ਟੈਕਲ ਕਰਨ ਦੇ ਲਈ ਬੀਜੇਪੀ ਦੀ ਕੋਈ ਕਾਰਵਾਈ ਨਹੀਂ ਹੋ ਰਹੀ। ਆਪਾਂ ਨੂੰ ਵੀ ਪਤਾ ਹੈ ਕਿ ਮੋਦੀ ਸਾਹਿਬ ਤੋਂ ਲੈ ਕੇ ਨਿਚਲੇ ਤੱਕ ਤੇ ਜਿਹੜੇ ਲੀਡਰ ਨੇ, ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਗਰੇਵਾਲ ਸਾਹਿਬ ਵਰਗੇ ਜਿਹੜੇ ਲੀਡਰ ਨੇ, ਉਹ ਵੀ ਇਹ ਚਾਹੁੰਦੇ ਨੇ ਕਿ ਖਿਲਾਰਾ ਪਿਆ ਰਹੇ ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਨੇਤਾਗਿਰੀ ਚਮਕਦੀ ਰਹੇ। ਸੋ ਪਿਛਲੇ ਦਿਨਾਂ ਦੇ ਵਿੱਚ ਗਰੇਵਾਲ ਹੋਰਾਂ ਦੇ ਤਾਂ ਲੋਕਾਂ ਨੇ ਇੱਥੋਂ ਤੱਕ ਵਿਰੋਧ ਹੋਇਆ ਕਿ ਉਹਨਾਂ ਦੀ ਜ਼ਮੀਨ ਹੀ ਵਾਹਤੀ, ਉਹਨਾਂ ਦੀ ਜਿਹੜੀ ਫਸਲ ਉਗਾਈ ਹੋਈ ਸੀ ਉਹ ਸਾਰੀ ਖਰਾਬ ਹੋ ਗਈ। ਸੋ ਕਹਿਣ ਦਾ ਮਤਲਬ ਹੈ ਕਿ ਜੋਸ਼ੀ ਜੀ ਇੱਕ ਚੰਗਾ ਕੰਮ ਕਰ ਰਹੇ ਨੇ, ਵਿੱਚ ਰਹਿ ਕੇ, ਬੀਜੇਪੀ ਦੇ ਵਿੱਚ ਰਹਿ ਕੇ ਇਦਾਂ ਦਾ ਕੰਮ ਕਰਨਾ ਬਹੁਤ ਵੱਡੀ ਗੱਲ ਹੈ ਔਰ ਬਹੁਤ ਚੰਗੀ ਗੱਲ ਹੈ, ਕਿਉਂਕਿ ਜੋਸ਼ੀ ਜੀ ਨੂੰ ਵੀ ਪਤਾ ਹੈ ਕਿ ਕਿਸਾਨਾਂ ਨੂੰ ਨਾਲ ਲਏ ਬਿਨਾਂ, ਕਿਸਾਨਾਂ ਦੇ ਮੁੱਦੇ ਉਠਾਏ ਬਿਨਾਂ, ਮੈਨੂੰ ਲੱਗਦਾ ਹੈ ਕਿ ਇਕੱਲੇ ਪੰਜਾਬ ਦੀ ਨਹੀਂ, ਜਿਹੜੀ ਜੋਸ਼ੀ ਜੀ ਇੱਕ ਚੰਗੀ ਗੱਲ ਇਹ ਕਰ ਰਹੇ ਨੇ, ਉਹਨਾਂ ਨੂੰ ਜਿਹੜੀ ਇਹ ਗੱਲ ਸਮਝਣੀ ਚਾਹੀਦੀ ਹੈ ਬੀਜੇਪੀ ਦੀ ਲੀਡਰਸ਼ਿਪ ਨੂੰ, ਖਾਸ ਤੌਰ ਤੇ ਸੈਂਟਰ ਦੀ ਲੀਡਰਸ਼ਿਪ ਨੂੰ, ਕਿ ਕਿਸਾਨੀ ਦੇ ਮੁੱਦਿਆਂ ਨੂੰ ਸੁਲਝਾਏ ਬਿਨਾਂ ਤੁਸੀਂ ਨਾ ਤਾਂ ਪੰਜਾਬ ਨੂੰ ਜਿੱਤ ਸਕਦੇ ਹੋ, ਨਾ ਯੂਪੀ ਨੂੰ ਜਿੱਤ ਸਕਦੇ ਹੋ, ਨਾ ਉੱਤਰਾਖੰਡ ਦੇ ਵਿੱਚ ਜਾ ਸਕਦੇ ਹੋ, ਨਾ ਹੀ ਕਿਤੇ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਸਕਦੇ ਹੋ। ਹੌਲੀ-ਹੌਲੀ ਤੁਹਾਡਾ ਜਿਹੜਾ ਹੈਗਾ ਬੋਰੀਆ ਬਿਸਤਰਾ ਗੋਲ ਹੋਣਾ ਹੈ। ਇੱਥੋਂ ਤੱਕ ਕਿ ਤੁਸੀਂ ਜਦੋਂ ਅਸੀਂ ਹਰਿਆਣੇ ਦੀ ਗੱਲ ਕਰਦੇ ਹਾਂ, ਹਰਿਆਣੇ ਦੇ ਵਿੱਚ ਇਸ ਵੇਲੇ ਜਿਹੜੀ ਸਰਕਾਰ ਹੈ ਬੀਜੇਪੀ ਔਰ ਜੇਜੇਪੀ ਦੀ, ਉਹ ਵੈਂਟੀਲੇਟਰ ਦੇ ਉੱਤੇ ਚੱਲ ਰਹੀ ਹੈ। ਆਪਾਂ ਨੂੰ ਵੀ ਪਤਾ ਹੈ ਕਿ ਜਿੱਦਣ ਜੇਜੇਪੀ ਵਾਲਿਆਂ ਨੇ ਆਪਣਾ ਪੌੜੀ ਖਿੱਚ ਲਈ, ਉਸੇ ਦਿਨ ਸਰਕਾਰ ਗਿਰ ਜਾਣੀ ਹੈ। ਔਰ ਕੱਲ ਤੁਹਾਨੂੰ ਪਤਾ ਹੈ ਕਿ ਕੱਲ ਬਹੁਤ ਵੱਡੇ ਲੀਡਰ ਔਰ ਉੱਥੋਂ ਦੇ ਜਿਹੜਾ ਹੈਗਾ ਉਹ ਤਿਹਾੜ ਜੇਲ੍ਹ ਤੋਂ ਆ ਗਏ ਨੇ, ਔਰ ਹੁਣ ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਹਰਿਆਣੇ ਦੇ ਵਿੱਚ ਚੀਜ਼ਾਂ ਚੇਂਜ ਹੋਣਗੀਆਂ, ਸ਼ੁਰੂ ਹੋ ਜਾਣੀਆਂ ਉਹਨਾਂ ਦੇ ਆਉਣ ਦੇ ਨਾਲ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੋਸ਼ੀ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਸਮੱਸਿਆ ਨੂੰ ਸਮਝ ਰਹੇ ਨੇ, ਔਰ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ, ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਨੇ। ਬੇਸ਼ੱਕ ਉਹਨਾਂ ਨੂੰ ਗਰੇਵਾਲ ਵਰਗੇ ਜਿਹੜੇ ਲੀਡਰ ਨੇ, ਇਦਾਂ ਦੇ ਅਖੌਤੀ ਲੀਡਰ ਜਿਹੜੇ ਨੇ, ਉਹ ਹੋਰ ਤਰ੍ਹਾਂ ਦੀਆਂ ਧਮਕੀਆਂ ਵੀ ਦਿੰਦੇ ਨੇ, ਅੰਦਰ ਖਾਤੇ ਉਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਵੀ ਕਰਦੇ ਨੇ, ਪਰ ਉਹ ਅਜੇ ਤੱਕ ਵੀ ਅੜੇ ਹੋਏ ਨੇ ਕਿਸਾਨਾਂ ਦੇ ਹੱਕ ਦੇ ਵਿੱਚ। ਸੋ ਅੱਛੀ ਗੱਲ ਹੈ। ਮੈਂ ਤਾਂ ਕਹਿਣਾ ਕਿ
ਬੀਜੇਪੀ ਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ, ਕੇਂਦਰੀ ਲੀਡਰਸ਼ਿਪ ਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਜਿਵੇਂ ਉਹਨਾਂ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਅਗਲੇ ਦਿਨਾਂ ਦੇ ਵਿੱਚ ਜੇ ਸਪੇਸ ਮਿਲੇਗਾ, ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ ਬਿਨਾਂ ਸਪੇਸ ਸਾਨੂੰ ਨਹੀਂ ਮਿਲੇਗਾ। ਸੋ ਇਸ ਕਰਕੇ ਉਹ ਆਪਣੇ ਹਮ ਖਿਆਲਾਂ ਨੂੰ ਮਿਲ ਰਹੇ ਨੇ, ਬਹੁਤ ਅੱਛੀ ਗੱਲ ਹੈ। ਇਹਦੇ ਨਾਲ ਹੀ ਬੀਜੇਪੀ ਦਾ ਜਿਹੜਾ ਹੈਗਾ ਬਚਾਅ ਹੋ ਸਕਦਾ ਹੈ। ਅਦਰਵਾਈਜ਼ ਜੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ, ਜਿਵੇਂ ਤੋਮਰ ਜੀ ਦੇ ਬਿਆਨ ਆਉਂਦੇ ਨੇ ਖੇਤੀਬਾੜੀ ਮੰਤਰੀ ਦੇ ਕੇਂਦਰੀ, ਔਰ ਜਿਸ ਤਰ੍ਹਾਂ ਦੇ ਮੋਦੀ ਸਾਹਿਬ ਨੇ ਇਗਨੋਰ ਕੀਤਾ ਹੋਇਆ ਕਿਸਾਨਾਂ ਨੂੰ, ਉੱਥੋਂ ਹੀ ਲੱਗ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਬਹੁਤ ਗੁੱਸੇ 'ਚ ਨੇ ਇਸ ਵੇਲੇ। ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਸਾਡੇ ਨਾਲ ਗੱਲਬਾਤ ਜਿਹੜੀ ਹੈਗੀ ਹੈ ਸ਼ੁਰੂ ਹੋਵੇ, ਤਾਂ ਕਿ ਗੱਲਬਾਤ ਦੇ ਵਿੱਚੋਂ ਹੀ ਕੋਈ ਮਸਲਾ ਹੱਲ ਨਿਕਲ ਸਕਦਾ ਹੈ। ਔਰ ਜੋਸ਼ੀ ਜੀ ਉਸ ਮਸਲੇ ਦੇ ਵਿੱਚ ਅੱਗੇ ਵਧ ਰਹੇ ਨੇ ਔਰ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਇਲਾਵਾ ਵੀ ਹਰਿਆਣੇ ਦੇ ਕੁਝ ਲੀਡਰ ਜਿਹੜੇ ਨੇ, ਖਾਸ ਤੌਰ ਤੇ ਸਿੱਖ ਲੀਡਰ ਜਿਹੜੇ ਨੇ, ਉਹ ਵਿਚੋਲੀਏ ਦਾ ਕੰਮ ਕਰਨ ਲਈ ਅੱਗੇ ਆ ਰਹੇ ਨੇ। ਇਹ ਮੈਨੂੰ ਇਹ ਲੱਗਦਾ ਕਿ ਅੱਛੀ ਗੱਲ, ਵਧੀਆ ਗੱਲ ਹੈ। ਜੀ ਸੁਖਿੰਦਰ ਜੀ। ਡਾਕਟਰ ਸਾਹਿਬ, ਮੈਂ ਉਸ ਤੇ ਵੀ ਆ ਰਿਹਾ ਕਿ ਸਿੱਖ ਲੀਡਰ, ਉਹਨਾਂ ਦਾ ਵੀ ਆਪਾਂ ਜ਼ਿਕਰ ਕਰਦੇ ਹਾਂ, ਪਰ ਇਹਦੇ ਵਿੱਚ ਇੱਕ ਹੋਰ ਖਾਸ ਇਹ ਹੋ ਜਾਂਦਾ ਕਿ ਜੋਸ਼ੀ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਮਾਹੌਲ ਤਿਆਰ ਕਰਨਾ ਪੈਣਾ ਜੇ ਬੀਜੇਪੀ ਨੇ 117 ਦੀਆਂ 117 ਸੀਟਾਂ ਦੇ ਉੱਤੇ ਚੋਣ ਲੜਨੀ ਹੈ। ਇਹ ਵੀ ਕਾਇਮ ਹੋ ਜਾਂਦਾ ਪੰਜਾਬ ਦੀ ਸਿਆਸਤ ਦੇ ਸੰਦਰਭ ਦੇ ਵਿੱਚ ਕਿ ਜੋਸ਼ੀ ਸਾਹਿਬ ਜੇ ਹੁਣ ਐਕਟਿਵ ਹੋਏ ਨੇ ਤਾਂ ਇਹਦੇ ਪਿੱਛੇ ਕੀ ਕਾਰਨ ਨੇ, ਕੀ ਉਹ ਅਗਲੇ ਸਮੇਂ 'ਚ ਭਾਜਪਾ ਦੇ ਵਿੱਚ ਰਹਿਣਗੇ ਜਾਂ ਨਹੀਂ ਰਹਿਣਗੇ, ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ। ਹੁਣ ਡਾਕਟਰ ਸਾਹਿਬ ਉਧਰਲੇ ਪਾਸੇ ਦਾਦੂਵਾਲ ਸਾਹਿਬ ਦੀ ਆਪਾਂ ਜ਼ਿਕਰ ਕਰੀਏ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਜਿਹੜੇ ਮੁਤਵਾਜ਼ੀ ਜਥੇਦਾਰ ਵੀ ਰਹਿ ਚੁੱਕੇ ਨੇ, ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਖੱਟਰ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਹੁਣ ਉਹ ਕਹਿੰਦੇ ਕਿ ਕਿਸਾਨਾਂ ਦੇ ਨਾਲ ਮੁਲਾਕਾਤ ਕਰਨੀ ਹੈ। ਇਸ ਤੋਂ ਪਹਿਲਾਂ ਜੇ ਆਪਾਂ ਹੋਰ ਪਿੱਛੇ ਜਾਈਏ ਤਾਂ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਹੋਣੀ ਵੀ ਅੱਗੇ ਆਏ ਸੀ। ਉਸ ਵੇਲੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਸੀ ਕਿ ਬਾਬਾ ਜੀ ਤੁਸੀਂ ਜਾ ਕੇ ਡੇਰਿਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਆਪਣਾ ਕੰਮ ਜਾਰੀ ਰੱਖੋ, ਸਰਕਾਰ ਦੇ ਨਾਲ ਅਸੀਂ ਆਪ ਨਜਿੱਠਾਂਗੇ, ਸਰਕਾਰ ਸਾਡੀ ਗੱਲ ਮੰਨੇ, ਸਰਕਾਰ ਸਾਡੇ ਕੋਲ ਆਵੇ ਜਾਂ ਕਿਸੇ ਵੀ ਤਰੀਕੇ ਨਾਲ ਮਸਲੇ ਦਾ ਹੱਲ ਨਿਕਲੇ। ਹੁਣ ਬੀਜੇਪੀ ਵੀ ਇਹੀ ਚਾਹੁੰਦੀ ਹੈ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕਿਸੇ ਨਾ ਕਿਸੇ ਨੂੰ ਅੱਗੇ ਲਾ ਕੇ। ਕੀ ਲੱਗਦਾ ਹੈ ਕਿ ਦਾਦੂਵਾਲ ਸਾਹਿਬ ਇਹਦੇ ਵਿੱਚ ਕਾਮਯਾਬ ਹੋ ਸਕਣਗੇ? ਦੇਖੋ, ਗੱਲ ਕਾਮਯਾਬ ਜਾਂ ਨਾ ਕਾਮਯਾਬ ਹੋਣ ਦੀ ਨਹੀਂ ਹੈ। ਗੱਲ ਜਦੋਂ ਲੜਾਈ ਚੱਲ ਰਹੀ ਹੁੰਦੀ ਹੈ, ਉਹਦੇ ਵਿੱਚ ਹਾਂ ਦਾ ਨਾਰਾ ਕਿਹੜਾ ਮਾਰਦਾ ਹੈ ਔਰ ਉਹਦੇ ਵਿੱਚ ਵਿਰੋਧ ਕਿਹੜਾ ਕਰਦਾ, ਇਹ ਬਹੁਤ ਇੰਪੋਰਟੈਂਟ ਗੱਲ ਹੁੰਦੀ ਹੈ। ਸੋ ਦਾਦੂਵਾਲ ਨੇ ਹਾਂ ਦਾ ਨਾਰਾ ਮਾਰਿਆ, ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜੋਸ਼ੀ ਜੀ ਨੇ ਹਾਂ ਦਾ ਨਾਰਾ ਮਾਰਿਆ ਕਿਸਾਨਾਂ ਦੇ ਹੱਕ 'ਚ। ਇਹ ਆਪਣੇ ਆਪ 'ਚ ਵੱਡੀ ਗੱਲ ਹੈ। ਹੁਣ ਇਹਦਾ ਹੱਲ ਹੋਣਾ, ਇਹ ਨਾ ਹੋਣਾ, ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ। ਅੱਗੇ ਜਾ ਕੇ ਭਵਿੱਖ ਦੇ ਵਿੱਚ ਗੱਲਾਂ ਜਿਹੜੀਆਂ ਨੇ ਸਾਹਮਣੇ ਆਉਣਗੀਆਂ। ਪਰ ਇੱਕ ਬੰਦਾ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਹੈ ਔਰ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜੀ ਪਿਛਲੇ ਲੰਮੇ ਸਮੇਂ ਤੋਂ ਗੱਲ ਟੁੱਟ ਚੁੱਕੀ ਹੈ ਔਰ ਰੁਕੀ ਹੋਈ ਹੈ। ਇਸ ਵੇਲੇ ਬੀਜੇਪੀ ਚਾਹੁੰਦੀ ਹੈ ਕਿ ਗੱਲ ਜਿਹੜੀ ਹੈਗੀ ਨਾ ਕੀਤੀ ਜਾਏ ਔਰ ਇਹ ਹੱਲ ਜਿਹੜਾ ਹੈਗਾ ਮਸਲਾ ਨਾ ਹੋਵੇ। ਉਹਦੇ ਉੱਤੇ ਪ੍ਰੈਸ਼ਰ ਬਣਾਉਣਾ, ਉਹਨਾਂ ਨਾਲ ਅੱਗੇ ਗੱਲ ਵਧਾਉਣ ਦੀ ਕੋਸ਼ਿਸ਼ ਕਰਨੀ, ਇਹ ਦਾਦੂਵਾਲ ਜੀ ਦਾ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਪੱਖ ਹੈ। ਸੋ ਇਸ ਕਰਕੇ ਕਿਸਾਨਾਂ ਨੂੰ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ, ਕਿਸਾਨ ਜਥੇਬੰਦੀਆਂ ਨੂੰ ਵੀ। ਜਿਹੜਾ ਵੀ ਬੰਦਾ ਉਹਨਾਂ ਦੀ ਦੇ ਵਿੱਚ ਕੋਸ਼ਿਸ਼ ਕਰਦਾ ਹੈ ਕਿ ਮੈਂ ਬੀਜੇਪੀ ਨਾਲ ਕੋਈ ਗੱਲ ਕਰਾ ਸਕਦਾ ਔਰ ਇਮਾਨਦਾਰੀ ਦੇ ਨਾਲ, ਵੱਡੀ ਗੱਲ ਇਹ ਹੁੰਦੀ ਹੈ ਸੁਖਵਿੰਦਰ ਜੀ ਕਿ ਉਸ ਬੰਦੇ ਦੀ ਕਿਸਾਨਾਂ ਦੇ ਪ੍ਰਤੀ ਜਾਂ ਆਮ ਲੋਕਾਂ ਦੇ ਪ੍ਰਤੀ ਇਮਾਨਦਾਰੀ ਕਿੰਨੀ ਕੁ ਹੈ। ਜੇਕਰ ਉਹ ਸਹੀ ਤਰੀਕੇ ਦੇ ਨਾਲ, ਇਮਾਨਦਾਰ ਤਰੀਕੇ ਦੇ ਨਾਲ ਕੋਸ਼ਿਸ਼ ਕਰਦਾ ਤਾਂ ਲਾਜ਼ਮੀ ਤੌਰ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ ਹੈ, ਉਹਨੂੰ ਜੀ ਆਇਆਂ ਨੂੰ ਕਹਿਣਾ ਚਾਹੀਦਾ ਹੈ। ਜੀ ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਇਹਦੇ ਵਿਚਾਲੇ ਸਾਨੂੰ ਮਨਸ਼ਾ ਨੂੰ ਵੀ ਸਮਝਣਾ ਪੈਣਾ ਨਾ ਕਿ ਆਖਿਰਕਾਰ ਦਾਦੂਵਾਲ ਸਾਹਿਬ ਨੂੰ ਕੀ ਕਿਸਾਨ ਜਥੇਬੰਦੀਆਂ ਨੇ ਕਿਹਾ ਜਾਂ ਫਿਰ ਬੀਜੇਪੀ ਨੇ ਕਿਹਾ ਜਾਂ ਦਾਦੂਵਾਲ ਸਾਹਿਬ ਆਪਣੇ ਤੌਰ ਤੇ ਗਏ? ਕਿਉਂਕਿ ਬੀਜੇਪੀ ਨੂੰ ਜਿਸ ਤਰ੍ਹਾਂ ਦਾ ਨੁਕਸਾਨ ਦੇਸ਼ ਭਰ ਵਿੱਚ ਝੱਲਣਾ ਪਿਆ, ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨਸ ਵੀ ਨੇ, ਹਰਿਆਣਾ ਦੀ ਰਾਜਨੀਤੀ ਬਦਲ ਰਹੀ ਹੈ, ਤੁਸੀਂ ਜਿਵੇਂ ਕਿਹਾ ਕਿ ਚੌਟਾਲਾ ਸਾਹਿਬ ਸਜ਼ਾ ਪੂਰੀ ਕਰਕੇ ਬਾਹਰ ਆ ਰਹੇ, ਬਹੁਤ ਕੁਝ ਇਹੋ ਜਿਹਾ ਜਿਹੜਾ ਬੀਜੇਪੀ ਸਮਝ ਵੀ ਰਹੀ ਹੈ। ਸੁਖਵਿੰਦਰ ਜੀ ਦੇਖੋ, ਜੇ ਆਪਾਂ ਇਹਨੂੰ ਸਾਰੇ ਨੂੰ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਾਦੂਵਾਲ ਸਾਹਿਬ ਜਿਹੜੇ ਨੇ, ਕਿਉਂਕਿ ਹਰਿਆਣੇ ਦੇ ਲੀਡਰਾਂ ਨੂੰ ਮਿਲ ਰਹੇ ਨੇ, ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਨੇ, ਜਿਵੇਂ ਤੁਸੀਂ ਵੀ ਕਹਿ ਰਹੇ ਹੋ। ਮੈਂ ਇਹ ਕਹਿਣਾ ਚਾਹੁੰਦਾ, ਇਹ ਮਸਲਾ ਕੋਈ ਹਰਿਆਣੇ ਨਾਲ ਸੰਬੰਧਿਤ ਨਹੀਂ ਹੈ। ਪਹਿਲੀ ਗੱਲ ਤਾਂ ਇਹਨੂੰ ਸਮਝਣ ਦੀ ਲੋੜ ਹੈ ਕਿ ਇਹ ਕਿਸਾਨੀ ਦਾ ਮਸਲਾ ਜਦੋਂ ਵੀ ਹੱਲ ਹੋਣਾ, ਸੈਂਟਰ ਵਰਸਸ ਕਿਸਾਨਾਂ ਦਾ ਹੋਣਾ, ਔਰ ਉਹਦੇ ਵਿੱਚ ਪੰਜਾਬ ਦੇ ਕਿਸਾਨ ਵੀ ਨੇ, ਉਹਦੇ ਵਿੱਚ ਹਰਿਆਣੇ ਦੇ ਕਿਸਾਨ ਵੀ ਨੇ, ਉਹਦੇ ਚ ਉੱਤਰਾਖੰਡ ਦੇ ਕਿਸਾਨ ਵੀ ਨੇ, ਉਹਦੇ ਯੂਪੀ ਦੇ ਕਿਸਾਨ ਵੀ ਨੇ, ਉਹਦੇ ਚ ਅਲੱਗ-ਅਲੱਗ ਸਟੇਟਾਂ ਦੇ ਕਿਸਾਨ ਨੇ। ਔਰ ਉਹਨਾਂ ਦੀ ਗੱਲ ਜਿੱਥੋਂ ਗੱਲ ਖਤਮ ਹੋਣੀ ਆ ਜਾ ਕੇ ਉਹ ਸੈਂਟਰ ਦੀ ਲੀਡਰਸ਼ਿਪ ਨਾਲ ਹੋਣੀ ਹੈ। ਪਰ ਕਿਉਂਕਿ ਦਾਦੂਵਾਲ ਜੀ ਹਰਿਆਣੇ ਨਾਲ ਸੰਬੰਧਿਤ ਨੇ, ਹਰਿਆਣੇ ਦੀ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਵੇਲੇ ਉਹ, ਸੋ ਇਸ ਕਰਕੇ ਉਸ ਹੈਸੀਅਤ ਦੇ ਵਿੱਚ ਉਹ ਹਰਿਆਣਾ ਗਵਰਨਮੈਂਟ ਨੂੰ ਹੀ ਮਿਲ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਉੱਥੋਂ ਮਸਲਾ ਹੱਲ ਨਹੀਂ ਹੋਣਾ। ਮਸਲਾ ਹੱਲ ਤਾਂ ਸੈਂਟਰ ਦੀ ਮੋਦੀ ਸਰਕਾਰ ਨਾਲ ਜਾਂ
ਖਾਸ ਤੌਰ ਤੇ ਤੋਮਰ ਜੀ ਨਾਲ ਗੱਲਬਾਤ ਕੀਤਿਆਂ ਹੋਣਾ ਹੈ, ਪਰ ਕਿਉਂਕਿ ਦਾਦੂਵਾਲ ਜੀ ਇੱਕ ਕੋਸ਼ਿਸ਼ ਕਰ ਰਹੇ ਨੇ, ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਦੀ ਇਸ ਕੋਸ਼ਿਸ਼ ਨੂੰ, ਕੋਈ ਵੀ ਬੰਦਾ ਕੋਸ਼ਿਸ਼ ਕਰਦਾ, ਮੈਂ ਨਹੀਂ ਕਹਿੰਦਾ ਕੱਲੇ ਦਾਦੂਵਾਲ ਜੀ ਦੀ ਮੈਂ ਗੱਲ ਨਹੀਂ ਕਰ ਰਿਹਾ, ਪਹਿਲਾਂ ਮੈਂ ਜੋਸ਼ੀ ਦੀ ਗੱਲ ਕੀਤੀ ਹੈ, ਜਾਂ ਹੋਰ ਵੀ ਅੱਗੇ ਆਉਂਦੇ ਨੇ ਲੋਕ, ਇੱਥੋਂ ਤੱਕ ਕਿ ਲੱਖਾ ਸਿਧਾਣਾ ਜੀ ਵੀ ਜਿਹੜੇ ਨੇ, ਉਹ ਕੋਈ ਇਮਾਨਦਾਰੀ ਦੇ ਨਾਲ ਕੋਈ ਵੀ ਬੰਦਾ ਕੋਈ ਕੋਸ਼ਿਸ਼ ਕਰਦਾ ਤਾਂ ਉਹਨੂੰ ਜੀ ਆਇਆਂ ਨੂੰ ਕਹਿਣਾ ਬਣਦਾ, ਔਰ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਹੈ। ਮੈਂ ਇਹ ਕਹਿਣਾ ਚਾਹਣਾ ਕਿ ਤੋੜੀਏ ਨਾ, ਕਿਸਾਨਾਂ ਨੂੰ ਵੀ ਜੇ ਇਹ ਚਾਹੀਦਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹ ਚਾਹੀਦਾ ਕਿ ਕੋਈ ਵੀ ਇਨਸਾਨ, ਕੋਈ ਵੀ ਚਾਹੇ VIP ਬੰਦਾ, ਚਾਹੇ ਆਮ ਇਨਸਾਨ ਹੈ, ਜੇਕਰ ਉਹ ਕੋਈ ਵੀ ਕੋਸ਼ਿਸ਼ ਕਰਦਾ, ਹਾਂ ਦਾ ਨਾਰਾ ਮਾਰਦਾ ਉਹਨਾਂ ਦੇ ਹੱਕ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਉਹਨੂੰ ਜੀ ਆਇਆਂ ਨੂੰ ਕਹਿਣਾ ਬਣਦਾ ਹੈ। ਸੋ ਇਸ ਕਰਕੇ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਛੋਟੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਅਖੀਰ ਨੂੰ ਜਾ ਕੇ ਇੱਕ ਵੱਡੀ ਕੋਸ਼ਿਸ਼ ਬਣਦੀ ਹੈ, ਔਰ ਹੌਲੀ ਹੌਲੀ ਜਿਹੜਾ ਹੈਗਾ ਪ੍ਰਭਾਵ ਜਿਹੜਾ ਪੈਂਦਾ ਹੈ। ਇੱਥੋਂ ਤੱਕ ਕਿ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਣਾ ਕਿ ਅਮਰੀਕਾ ਦੇ ਬਹੁਤ ਵੱਡੇ ਚਿੰਤਕ ਨੇ ਨੋਮ ਚੋਮਸਕੀ, ਜਿਨ੍ਹਾਂ ਨੂੰ ਪੂਰਾ ਇੰਟਰਨੈਸ਼ਨਲ ਲੈਵਲ ਤੇ ਜਾਣਿਆ ਜਾਂਦਾ ਹੈ, ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਔਰ ਇਹਨੂੰ ਇੱਕ ਬਹੁਤ ਵੱਡਾ ਅੰਦੋਲਨ ਕਿਹਾ। ਸੋ ਮੈਂ ਇੱਕ ਗੱਲ, ਮੇਰਾ ਕਹਿਣ ਦਾ ਭਾਵ ਹੈ ਕਿ ਇਦਾਂ ਦੇ ਛੋਟੀਆਂ ਐਫਰਟਸ ਜਿਹੜੀਆਂ ਹੁੰਦੀਆਂ ਨੇ, ਹੌਲੀ ਹੌਲੀ ਇਹ ਜਿਹੜੇ ਇਦਾਂ ਦੇ ਸੰਘਰਸ਼ਾਂ ਨੂੰ ਬਹੁਤ ਅੱਗੇ ਲੈ ਕੇ ਜਾਂਦੀਆਂ ਨੇ। ਸੋ ਇਮਾਨਦਾਰੀ ਦੀ ਗੱਲ ਹੁੰਦੀ ਹੈ, ਇਮਾਨਦਾਰੀ ਦੇ ਨਾਲ ਜਿਹੜੇ ਵੱਖ-ਵੱਖ ਲੋਕ ਇਹ ਕੋਸ਼ਿਸ਼ਾਂ ਕਰ ਰਹੇ ਨੇ, ਉਹ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਉਣਗੀਆਂ, ਔਰ ਇੱਕ ਦਿਨ ਜ਼ਰੂਰ ਇਹ ਜਿਹੜੇ ਕਾਲੇ ਕਾਨੂੰਨ ਨੇ, ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਰੱਦ ਹੋਣਗੇ। ਜੀ ਸੁਖਵਿੰਦਰ ਜੀ। ਬਿਲਕੁਲ ਉਮੀਦ ਤੇ ਸਾਰਾ ਜੱਗ ਜਿਹੜਾ ਉਹ ਤੁਰਿਆ ਫਿਰਦਾ। ਇੱਕ ਡਾਕਟਰ ਸਾਹਿਬ ਅਗਲੀ ਖਬਰ ਦੀ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਬਿਜਲੀ ਦਾ ਸੰਕਟ ਹਰ ਰੋਜ਼ ਜਿਹੜੀ ਚਰਚਾ ਹੁੰਦੀ ਹੈ। ਸਰਕਾਰ ਨੇ ਕੁਝ ਦਿਨ ਦਾ ਸਮਾਂ ਮੰਗ ਲਿਆ, ਬਿਜਲੀ ਬੋਰਡ ਜਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਹ ਵੀ ਕਹਿ ਰਹੇ ਨੇ ਕਿ ਅਸੀਂ ਇਸ ਮਸਲੇ ਨੂੰ ਸੁਲਝਾ ਰਹੇ ਹਾਂ। ਰਾਜਾ ਵੜਿੰਗ ਹੋਣਾ ਦੀ ਇੱਕ ਵੀਡੀਓ ਚੱਲ ਰਹੀ ਹੈ, ਉਹਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਹਾਂ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਇੱਕ ਹੋਰ ਉਹਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਕਿ ਬਠਿੰਡੇ ਦੇ ਵਿੱਚ ਜਿਹੜਾ ਥਰਮਲ ਪਲਾਂਟ ਹੈ, ਜੇ ਉਹ ਬੰਦ ਨਾ ਹੁੰਦਾ ਤਾਂ ਕਾਫੀ ਰਾਹਤ ਮਿਲਦੀ। ਆਪਣੀ ਸਰਕਾਰ ਨੂੰ ਆਪਾਂ ਸਮਝ ਲਈਏ ਕਿ ਘੇਰ ਰਹੇ ਨੇ, ਕਿਉਂਕਿ ਮੌਕੇ ਬੇਮੌਕੇ ਉਹ ਮਨਪ੍ਰੀਤ ਸਿੰਘ ਬਾਦਲ ਹੋਣਾ ਦਾ ਜਿਹੜਾ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਬਠਿੰਡੇ ਵਾਲਾ ਥਰਮਲ ਬੰਦ ਨਹੀਂ ਹੋਣ ਦੇਣਾ, ਤੇ ਇੱਧਰ ਇਹਨਾਂ ਦੀ ਆਪਸ ਦੇ ਵਿੱਚ ਕਹਿੰਦੇ ਥੋੜੀ ਬਹੁਤੀ ਲੱਗਦੀ ਵੀ ਹੈ। ਇਹਦੇ ਵਿਚਾਲੇ ਕਿਸਾਨਾਂ ਦੇ ਵੱਲੋਂ ਵੀ ਇੱਕ ਅਲਟੀਮੇਟਮ ਦਿੱਤਾ ਗਿਆ ਸੀਗਾ ਸਰਕਾਰ ਨੂੰ ਕਿ ਭਾਈ ਤੁਸੀਂ 6 ਤੱਕ ਇਸ ਮਸਲੇ ਦਾ ਹੱਲ ਕਰੋ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਆਮ ਆਦਮੀ ਪਾਰਟੀ ਅੱਜ ਸਿਸਮਾਂ ਦੇ ਵਿੱਚ ਉੱਥੇ ਕੈਪਟਨ ਸਾਹਿਬ ਦੇ ਜਿਹੜਾ ਕੈਪਟਨ ਸਾਹਿਬ ਦਾ ਘਰ ਹੈ ਉੱਥੇ ਸਿਸਮਾਂ 'ਚ ਉੱਥੇ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੀ ਹੈ। ਕਿੱਦਾਂ ਦੇਖਦੇ ਹੋ ਇਸ ਬਿਜਲੀ ਸੰਕਟ ਦੇ ਵਿਚਾਲੇ? ਸਰਕਾਰ ਆਪਣੇ ਆਪ ਦੇ ਵਿੱਚ ਵੀ ਘਿਰੀ ਹੋਈ ਹੈ। ਸੁਖਵਿੰਦਰ ਜੀ, ਗੱਲ ਸਿਰਫ ਬਿਜਲੀ ਸੰਕਟ ਦੀ ਨਹੀਂ ਹੈ। ਆਪਾਂ ਨੂੰ ਇਹ ਦੇਖੀਏ ਕਿ ਆਪਣੇ ਦਰਸ਼ਕਾਂ ਨੂੰ ਕਿ ਕਿਹੜੇ ਪੱਖ ਦੇ ਵਿੱਚ ਜਾਂ ਕਿਹੜੇ ਮੁੱਦੇ ਦੇ ਉੱਤੇ ਸਰਕਾਰ ਪਾਸ ਹੋਈ ਹੈ, ਕਿਹੜੇ ਮੁੱਦੇ ਨੇ ਜਿਹੜੇ ਉਹਨੇ ਅੱਜ ਤੱਕ 4.5 ਸਾਲਾਂ 'ਚ ਹੱਲ ਕੀਤੇ ਨੇ। ਪਹਿਲੀ ਗੱਲ ਹੈ ਕਿ ਨਸ਼ਿਆਂ ਦਾ ਮੁੱਦਾ, ਉਹਨਾਂ ਨੇ ਕਿਹਾ ਸੀਗਾ ਗੁਰੂ ਗ੍ਰੰਥ ਆਪਣਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿ ਮੈਂ 4 ਹਫ਼ਤਿਆਂ ਦੇ ਵਿੱਚ ਹੱਲ ਕਰ ਦਿਆਂਗਾ, ਅੱਜ ਤੱਕ ਨਹੀਂ ਹੋਇਆ। ਕਿਸਾਨੀ ਦਾ ਕਰਜ਼ਾ ਮਾਫੀ ਅੱਜ ਤੱਕ ਨਹੀਂ ਹੋਈ, ਘਰ ਘਰ ਨੌਕਰੀ ਅੱਜ ਤੱਕ ਨਹੀਂ ਆਈ। ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਬਿਜਲੀ ਕੰਪਨੀਆਂ ਦੇ ਨਾਲ ਵੱਡੇ ਵਾਅਦੇ ਕੀਤੇ ਗਏ ਨੇ ਔਰ ਸਮਝੌਤੇ ਕੀਤੇ ਗਏ ਨੇ, ਉਹ ਮੈਂ ਉਹ ਰੱਦ ਕਰਕੇ ਉਹ ਮਸਲਾ ਹੱਲ ਕਰਾਂਗਾ, ਉਹ ਅੱਜ ਤੱਕ ਨਹੀਂ ਹੋਇਆ। ਜਿਹਦੇ ਕਰਕੇ ਅੱਜ ਜਿਹੜਾ ਹੈਗਾ ਪੰਜਾਬ ਦੇ ਲੋਕ ਤਰਾਹ ਕਰ ਰਹੇ ਨੇ। ਇਸ ਤੋਂ ਪਹਿਲਾਂ ਕਰੋਨਾ ਦਾ ਦੌਰ ਚੱਲ ਰਿਹਾ ਸੀਗਾ, ਉਸ ਵੇਲੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ, ਆਕਸੀਜਨ ਤੱਕ ਲੋਕਾਂ ਨੂੰ ਨਹੀਂ ਮਿਲੇ, ਸਿਲੰਡਰ ਤੱਕ ਨਹੀਂ ਮਿਲੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਹਰ ਫੀਲਡ ਦੇ ਵਿੱਚ ਫੇਲ ਹੋਈ ਹੈ, ਹਰ ਪੱਖ ਤੋਂ ਫੇਲ ਹੋਈ ਹੈ। ਸੋ ਉਹਦਾ ਨਤੀਜਾ ਹੈ ਕਿ ਸਰਕਾਰ ਦੇ ਪਹਿਲਾਂ ਕੀ ਹੁੰਦਾ ਸੀਗਾ, ਵਿਰੋਧੀ ਪਾਰਟੀਆਂ ਆਵਾਜ਼ਾਂ ਚੁੱਕਦੀਆਂ ਸੀਗੀਆਂ, ਪਰ ਇਸ ਵੇਲੇ ਕੀ ਹੋ ਰਿਹਾ ਹੈ ਕਿ ਸਰਕਾਰ ਦੇ ਅੰਦਰੋਂ ਹੀ ਇੰਨੀਆਂ ਆਵਾਜ਼ਾਂ ਆ ਰਹੀਆਂ ਨੇ। ਜਿਵੇਂ ਤੁਸੀਂ ਹੁਣ ਰਾਜਾ ਵੜਿੰਗ ਦੀ ਗੱਲ ਕਰ ਰਹੇ ਹੋ, ਕੱਲ ਨਵਜੋਤ ਸਿੰਘ ਸਿੱਧੂ ਨੇ ਘੇਰੀ ਸੀਗੀ ਸਾਡੀ ਸਰਕਾਰ ਨੂੰ ਬਿਜਲੀ ਦੇ ਮੁੱਦੇ ਦੇ ਉੱਤੇ। ਇਸ ਤੋਂ ਪਹਿਲਾਂ ਹੋਰ ਵੱਖ-ਵੱਖ ਜਿਹੜੇ ਲੀਡਰ ਨੇ ਉਹ ਸਰਕਾਰ ਨੂੰ ਘੇਰਦੇ ਆ ਰਹੇ ਨੇ। ਪਰ ਵੱਡੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਦੇ ਕੰਨ ਤੋਂ ਜੂੰ ਨਹੀਂ ਸਰਕ ਰਹੀ। ਉਹ ਕੀ ਕਰ ਰਹੇ ਨੇ? ਉਹ ਆਪਣੀਆਂ ਪਾਰਟੀਆਂ ਕਰ ਰਹੇ ਨੇ, ਲੋਕਾਂ ਨੂੰ ਲੰਚ ਦੇ ਰਹੇ ਨੇ ਔਰ ਆਨੰਦ ਲੈ ਰਹੇ ਨੇ। ਕਹਿਣ ਤੋਂ ਭਾਵ ਹੈ ਕਿ ਸੁਸ਼ਮਾ ਦੇ ਵਿੱਚ ਬੈਠੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਸੋ ਇਸ ਕਰਕੇ ਇਹ ਸਮੱਸਿਆ ਵੱਡੀ ਇਹ ਆ ਰਹੀ ਹੈ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਜ਼ਰ ਨਹੀਂ ਆ ਰਿਹਾ। ਉਹਨਾਂ ਨੂੰ ਲੱਗਦਾ ਉਹਨਾਂ ਨੂੰ ਇੱਕ ਲਵਾਰਸ ਛੱਡ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅੱਜ ਕੱਲੀ ਬਿਜਲੀ ਦੀ ਸਮੱਸਿਆ ਦਾ ਮਸਲਾ ਨਹੀਂ ਹੈ। ਅੱਜ ਹਰ ਪੱਖ ਤੋਂ ਜਿਹੜਾ ਹੈਗਾ ਲੋਕਾਂ ਨੂੰ ਰੁਜ਼ਗਾਰ ਚਾਹੀਦਾ, ਉਹ ਰੁਜ਼ਗਾਰ
ਲੋਕ ਜਿਹੜੇ ਨੇ ਸੜਕਾਂ ਤੇ ਬੈਠੇ ਨੇ, ਕੋਈ ਟੈਂਕੀਆਂ ਤੇ ਚੜੇ ਹੋਏ ਨੇ, ਕੋਈ ਵਿਚਾਰੇ ਦਿੱਲੀ ਦੇ ਵਿੱਚ ਜਾ ਰਹੇ ਨੇ, ਕੋਈ ਕਿਸਾਨ ਸਾਡੇ ਦਿੱਲੀ 'ਚ ਬੈਠੇ ਨੇ। ਸੋ ਮੇਰਾ ਮਤਲਬ ਹੈ ਕਿ ਅੱਜ ਪੰਜਾਬ ਦਾ ਹਰ ਘਰ ਜਿਹੜਾ ਹੈਗਾ ਉਹਦੇ 'ਚ ਕੋਈ ਨਾ ਕੋਈ ਮੈਂਬਰ ਸੜਕਾਂ ਦੇ ਉੱਤੇ ਹੈ, ਚਾਹੇ ਕਿਸੇ ਵੀ ਮਸਲੇ, ਚਾਹੇ ਕਿਸਾਨੀ ਦੇ ਮਸਲੇ 'ਚ ਹੋਵੇ, ਚਾਹੇ ਨੌਜਵਾਨਾਂ ਦੇ ਮਸਲੇ 'ਚ ਹੋਵੇ, ਚਾਹੇ ਕਰਮਚਾਰੀ ਦੇ ਤੌਰ ਤੇ ਹੋਵੇ। ਸੋ ਇਸ ਵੇਲੇ ਬੁਰੀ ਤਰ੍ਹਾਂ ਕੈਪਟਨ ਸਾਹਿਬ ਫੇਲ ਹੋ ਚੁੱਕੇ ਨੇ, ਔਰ ਇਕੱਲੇ ਰਾਜਾ ਵੜਿੰਗ ਨਹੀਂ, ਹਰ ਤਰ੍ਹਾਂ ਦਾ ਜਿਹੜਾ ਲੀਡਰ ਹੈ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੀ ਹੋਏਗਾ ਕਿ ਜਦੋਂ ਕਾਂਗਰਸ ਦੀ ਹਾਈ ਕਮਾਂਡ ਨੇ ਇਹਨਾਂ ਨੂੰ ਦਿੱਲੀ ਬੁਲਾਇਆ ਸੀਗਾ ਤਾਂ ਵੱਡੀਆਂ ਤੋਂ ਵੱਡੀਆਂ ਸ਼ਿਕਾਇਤਾਂ ਜਿਹੜੀਆਂ ਉੱਥੇ 80% ਲੋਕਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਆਪਣੀ ਗੁੱਬ ਗਵਾੜ ਕੱਢੀ ਸੀਗੀ। ਸੋ ਇਸ ਕਰਕੇ ਕੈਪਟਨ ਸਾਹਿਬ ਦੀ ਵੀ ਜਿਹੜੀ ਹੈਗੀ ਕਿਰਕਰੀ ਹੋਈ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਬੁਰੀ ਤਰ੍ਹਾਂ ਫੇਲ ਹੋ ਜਾਏਗੀ। ਸੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਨੇ ਪਿਛਲੇ 70-75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਇਦਾਂ ਦੀ ਸਰਕਾਰ ਪਹਿਲੀ ਵਾਰੀ ਦੇਖੀ ਹੈ ਜਿਹਨੂੰ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਨਾਲ, ਇੱਥੋਂ ਦੇ ਮੁੱਖ ਮੰਤਰੀ ਦੇ ਨਾਲ, ਜਿਹੜਾ ਮੁੱਖ ਮੰਤਰੀ ਕਦੇ ਪੰਜਾਬ ਦੇ ਵਿੱਚ ਆਪਣੇ ਰਾਜਕਾਲ ਦੇ ਦੌਰਾਨ ਕਦੇ ਵੜਿਆ ਨਾ ਹੋਵੇ। ਇਹ ਵੀ ਮੈਨੂੰ ਲੱਗਦਾ ਕਿ ਆਪਣੇ ਆਪ ਤੇ ਸ਼ਰਮਿੰਦਗੀ ਜਿਹੜੀ ਹੈਗੀ ਆ ਸਾਨੂੰ ਆਉਂਦੀ ਹੈ ਕਿ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਉਹਨਾਂ ਨੂੰ ਜਿਤਾਇਆ, ਅਸੀਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਅੱਜ ਉਹੀ ਲੋਕਾਂ ਨੂੰ ਛੱਡ ਕੇ ਜਿਹੜੇ ਨੇ ਸਾਰਾ ਕੁਝ ਉਹਨਾਂ ਨੇ ਦਾਅ ਤੇ ਲਾ ਕੇ। ਔਰ ਵੱਡੀ ਗੱਲ ਇਹ ਹੈ ਕਿ ਅੱਜ ਉਹੀ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਮੈਨੂੰ ਦੁਬਾਰਾ ਲੈ ਕੇ ਆਓ, ਮੈਨੂੰ ਦੁਬਾਰਾ ਤੁਸੀਂ 22 ਦੇ ਵਿੱਚ ਚਿਹਰਾ ਬਣਾਓ। ਸੋ ਇਹ ਹੱਦ ਹੁੰਦੀ ਹੈ ਮਤਲਬ ਇੱਕ ਕਿਸਮ ਦੀ ਕਿ ਇਦਾਂ ਦੀ ਢੀਠਤਾਈ ਜਿਹੜਾ ਹੈਗਾ ਬੰਦਾ ਜਦੋਂ ਕਰਨ ਲੱਗ ਜੇ ਤਾਂ ਉਹਦਾ ਰੱਬ ਹੀ ਰੱਖ ਹੈ। ਜੀ ਸੁਖਵਿੰਦਰ ਜੀ, ਕੁਝ ਕਹਿਣਾ ਚਾਹੁੰਦੇ ਤੁਸੀਂ? ਸਰਕਾਰ ਡਾਕਟਰ ਸਾਹਿਬ ਚਾਰੇ ਪਾਸਿਓਂ ਘਿਰੀ ਹੋਈ ਹੈ। ਹੁਣ ਬਰਗਾੜੀ ਵਾਲਾ ਜਿਹੜਾ ਕੋਟਕਪੂਰਾ ਗੋਲੀकांड ਦਾ ਮਸਲਾ, ਜਿਹਨੂੰ ਹਾਈ ਕੋਰਟ ਦੇ ਵਿੱਚ ਜਿੱਥੋਂ ਸਰਕਾਰ ਨੂੰ ਜਿਹੜਾ ਉਹ ਬੈਕਫੁੱਟ ਤੇ ਆਉਣਾ ਪਿਆ, ਜਿਸ ਤਰੀਕੇ ਦੇ ਨਾਲ ਹੁਣ ਨਵੀਂ SIT ਫਿਰ ਬਣਾਈ, ਉਹ ਚਰਚਾ ਚੱਲ ਰਹੀ ਹੈ। ਤੇ ਇਧਰਲੇ ਪਾਸੇ ਹੁਣ ਸਰਕਾਰ ਇਸ ਨੂੰ ਸੁਪਰੀਮ ਕੋਰਟ ਲੈ ਕੇ ਜਾ ਰਹੀ ਹੈ। ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਤਾਂ ਕੋਈ ਨਾ ਕੋਈ ਇਨਸਾਫ ਦੀ ਆਸ, ਜਾਂ ਸਰਕਾਰ ਦੀ ਨੀਅਤ ਤੇ ਵੀ ਸਵਾਲ ਉੱਠਦੇ ਨੇ ਕਿ ਜੇ ਪਹਿਲਾਂ ਵਧੀਆ ਤਰੀਕੇ ਦੇ ਨਾਲ ਇਸ ਮਸਲੇ ਨੂੰ ਚੁੱਕਿਆ ਜਾਂਦਾ ਜਾਂ ਹਾਈ ਕੋਰਟ ਦੇ ਵਿੱਚ ਰੱਖਿਆ ਜਾਂਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ। ਦੂਜੇ ਪਾਸੇ ਇੱਕ ਹੋਰ ਨਾਲ ਮੈਂ ਜੋੜ ਦਿੰਦਾ ਖਬਰ ਕਿ ਬਰਗਾੜੀ ਦੇ ਵਿੱਚ ਵੀ ਮੋਰਚਾ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ। ਸੁਖਵਿੰਦਰ ਜੀ ਦੇਖੋ, ਮੈਂ ਫੇਰ ਕਹਿ ਰਿਹਾ ਕਿ ਮੋਰਚੇ ਤੇ ਮੋਰਚੇ ਲੱਗ ਰਹੇ ਨੇ। ਹਰ ਕੋਈ ਇਸ ਵੇਲੇ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ ਉਹ ਵੱਖ-ਵੱਖ ਮੋਰਚਿਆਂ ਦੇ ਵਿੱਚ ਬਿਜ਼ੀ ਹੈ। ਔਰ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਬਰਗਾੜੀ ਕਾਂਡ ਦੀ ਗੱਲ ਕਰਦੇ ਹਾਂ, ਕਿੰਨੇ ਕਮਿਸ਼ਨ ਬਣੇ, ਕਿੰਨੀਆਂ ਸਿੱਟਾਂ ਬਣੀਆਂ। ਜ਼ੋਰਾ ਸਿੰਘ ਕਮਿਸ਼ਨ ਬਣਿਆ, ਰਣਜੀਤ ਸਿੰਘ ਕਮਿਸ਼ਨ ਬਣਿਆ, ਫਿਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਸਿੱਟ ਬਣੀ, ਫਿਰ ਫਲਾਨੀ ਸਿੱਟ ਬਣੀ, ਫਿਰ ਹੁਣ ਨਵੀਂ ਸਿੱਟ ਜਿਹੜੀ ਹੈਗੀ ਆ ਗਈ। ਨਿਕਲਿਆ ਕੀ? ਖੋਦਿਆ ਪਹਾੜ ਨਿਕਲਿਆ ਚੂਹਾ। ਅੱਜ ਤੱਕ ਮਤਲਬ ਕਹਿਣ ਤੋਂ ਭਾਵ ਹੈ ਜੇ ਕੈਪਟਨ ਸਾਹਿਬ ਨੂੰ ਇਹ ਲੱਗਦਾ ਸੀਗਾ ਕਿ ਮੈਂ ਇਹ ਮਸਲਾ ਹੱਲ ਕਰ ਦੂੰਗਾ ਤਾਂ ਅੱਜ 4.5 ਸਾਲ ਹੋ ਗਏ। ਸਵਾਲ ਪੈਦਾ ਇਹ ਹੁੰਦਾ ਹੈ ਸੁਖਵਿੰਦਰ ਜੀ, ਜਦੋਂ ਕੁੰਵਰ ਵਿਜੇ ਪ੍ਰਤਾਪ ਹੋਰੀ ਸਿੱਟ ਦੇ ਵਿੱਚ ਜਦੋਂ ਉਹ ਇਹਦੇ ਮੁਖੀ ਸੀਗੇ ਔਰ ਆਪਣਾ ਤਹਿਕੀਕਾਤ ਕਰ ਰਹੇ ਸੀਗੇ, ਉਸ ਵੇਲੇ ਜਦੋਂ ਕੈਪਟਨ ਸਾਹਿਬ ਨੂੰ, ਕਿਉਂਕਿ ਉਹ ਗ੍ਰਹਿ ਮੰਤਰੀ ਸੀਗੇ ਉਸ ਵੇਲੇ, ਅੱਜ ਵੀ ਗ੍ਰਹਿ ਮੰਤਰੀ ਨੇ, ਉਦੋਂ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਸਾਰਾ ਜਿਹੜਾ ਮਸਲਾ ਹੱਲ ਉਹ ਕਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਜਦੋਂ ਉਹਨੂੰ ਲੱਗਦਾ ਸੀਗਾ ਕਿ 4 ਬੰਦੇ ਰੁੱਸ ਚੁੱਕੇ ਨੇ, 4 ਬੰਦੇ ਵੱਖਰਾ ਹੋਣਾ ਚਾਹੁੰਦੇ ਨੇ, 4 ਮੈਂਬਰ, ਤਾਂ ਉਹਨਾਂ ਨੂੰ ਇਹੀ ਚਾਹੀਦਾ ਸੀਗਾ ਕਿ ਉਹਨਾਂ ਨੂੰ ਮਸਲੇ ਨੂੰ ਹੱਲ ਕਰ ਦੇ ਔਰ ਇਸ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰਦੇ। ਪਰ ਕੈਪਟਨ ਸਾਹਿਬ ਨੇ ਇਸ ਮਸਲੇ ਨੂੰ ਜਾਣਬੁੱਝ ਕੇ ਲਟਕਾਇਆ ਔਰ ਅੱਜ ਇੱਥੋਂ ਤੱਕ ਲੈ ਕੇ ਆਏ, ਔਰ ਜਿਹਦਾ ਨਤੀਜਾ ਹੈ ਕਿ ਅੱਜ ਕਿਉਂਕਿ ਇਲੈਕਸ਼ਨਾਂ ਹੋਣੀਆਂ ਨੇ, ਹੁਣ ਇਲੈਕਸ਼ਨਾਂ ਦੇ ਵਿੱਚ ਇਸ ਮੁੱਦੇ ਨੂੰ ਜਾਣਬੁੱਝ ਕੇ ਜਿਹੜਾ ਹੈਗਾ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕਿ ਨਾ ਤਾਂ ਹਾਈ ਕੋਰਟ ਵੱਲੋਂ ਅੱਜ ਤੱਕ ਸਿੱਖਾਂ ਨੂੰ ਜਸਟਿਸ ਮਿਲਿਆ, ਨਾ ਹੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹੈਗਾ ਜਸਟਿਸ ਮਿਲਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਕਰਕੇ ਇਹਨੂੰ ਇੰਨਾ ਸਿਆਸੀ ਕਰਨੇ ਦਾ ਕੀਤਾ ਜਾ ਰਿਹਾ ਹੈ ਔਰ ਇਸ ਨੂੰ ਇੰਨਾ ਜਾਣਬੁੱਝ ਕੇ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਮੌਕੇ ਦੇ ਉੱਤੇ ਆ ਕੇ ਜਦੋਂ ਚੋਣਾਂ ਹੋਣਗੀਆਂ ਉਹਦਾ ਫਾਇਦਾ ਲਿਆ ਜਾਏ ਔਰ ਲੋਕਾਂ ਨੂੰ ਬੁੱਧੂ ਬਣਾ ਕੇ, ਔਰ ਇਹਦੇ ਵਿੱਚ ਜਿਹੜਾ ਹੈਗਾ ਇਨਸਾਫ ਦੀ ਕੋਈ ਗੱਲ ਜਿਹੜੀ ਹੈਗੀ ਹੈ ਸੰਭਾਵਨਾਵਾਂ ਹਜੇ ਤੱਕ ਮੈਨੂੰ ਨਜ਼ਰ ਨਹੀਂ ਆਉਂਦੀਆਂ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲੋਕ ਜਿਹੜੇ ਨੇ 22 ਦੇ ਵਿੱਚ ਜ਼ਰੂਰ ਇਨਸਾਫ ਕਰਨਗੇ। ਜਿਵੇਂ ਅਕਾਲੀ ਦਲ ਦਾ 17 ਦੇ ਵਿੱਚ ਹਾਲ ਹੋਇਆ ਸੀਗਾ, ਲਗਭਗ ਉਹੀ ਹਾਲ ਤੁਸੀਂ ਦੇਖੋਗੇ। ਇਹਦਾ ਨਤੀਜਾ ਇਹ ਨਿਕਲੇਗਾ ਕਿ 22 ਦੇ ਵਿੱਚ ਕੈਪਟਨ ਸਾਹਿਬ ਦਾ ਵੀ ਉਹੀ ਹਾਲ ਹੋਏਗਾ। ਜੀ ਸੁਖਵਿੰਦਰ ਜੀ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ।
ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਨੂੰ ਹੱਲ ਕਰਾਉਣ ਦੇ ਲਈ ਬੀਜੇਪੀ ਦੇ ਲੀਡਰਾਂ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ ਕਿ ਕੀ ਇਹ ਕੋਈ ਬੀਜੇਪੀ ਦੀ ਰਣਨੀਤੀ ਦਾ ਹਿੱਸਾ ਹੈ, ਕਿਉਂਕਿ ਮਨਸ਼ਾ ਦੇ ਉੱਤੇ ਵੀ ਸਵਾਲ ਹੁੰਦੇ। ਮੈਨੂੰ ਇਜਾਜ਼ਤ ਦਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।